ਦਿੱਲੀ ਬਾਰਡਰਾਂ ਤੋਂ ਕਿਸਾਨਾਂ ਦੀ ਵਾਪਸੀ ਦੀ ਤਿਆਰੀ। ਟਰਾਲੀਆਂ ਟਰੱਕਾਂ ਤੇ ਲੱਦਿਆ ਜਾ ਰਿਹਾ ਸਮਾਨ। ਕੱਲ ਫਤਿਹ ਮਾਰਚ ਤਹਿਤ ਹੋਵੇਗੀ ਵਾਪਸੀ। ਜਿੱਤ ਦੀ ਖੁਸ਼ੀ 'ਚ ਪਾਏ ਜਾ ਰਹੇ ਭੰਗੜੇ। ਸੀਐਮ ਚੰਨੀ ਦੇ 25,000 ਵਾਲੇ ਇਨਾਮ ਵਾਲੇ ਐਲਾਨ ਤੇ ਪੱਕੀ ਸਿਆਸਤ। ਆਮ ਆਦਮੀ ਪਾਰਟੀ ਦਾ ਦਾਅਵਾ, ਸੀਐਮ ਨਜਾਇਜ਼ ਮਾਈਨਿੰਗ ਖਿਲਾਫ ਕਰਨ ਕਾਰਵਾਈ। ਅਸੀਂ ਸੀਐਮ ਨੂੰ ਦਵਾਂਗੇ 25,000। ਤਾਂ ਸੁਖਬੀਰ ਬੋਲੇ, ਸਭ ਤੋਂ ਵੱਡਾ ਮਾਫੀਆ ਤਾਂ ਖੁਦ ਮੁੱਖ ਮੰਤਰੀ ਹੈ। ਤਾਂ ਕਾਂਗਰਸ ਦੇ ਨੁਮਾਇੰਦੇ ਨੇ ਨਕਾਰੇ ਇਲਜ਼ਾਮ। ਅਕਾਲੀ ਆਗੂ ਬਿਕਰਮ ਮਜੀਠੀਆ ਦਾ ਵੱਡਾ ਇਲਜ਼ਾਮ। ਡਿਪਟੀ ਸੀਐਮ ਰੰਧਾਵਾ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਲਈ ਲੈਣ ਦੇਣ ਕਰੋੜਾਂ ਰੁਪਏ। ਕੈਬਨਿਟ ਬੈਠਕ ਦੇ ਵਿੱਚ ਰਾਣਾ ਗੁਰਜੀਤ ਤੇ ਰੰਧਾਵਾ ਵਿਚਾਲੇ ਹੋਈ ਤਕਰਾਰ। ਇਹ ਮਜੀਠੀਆ ਦਾ ਇਲਜ਼ਾਮ। ਰਾਣਾ ਗੁਰਜੀਤ ਨੇ ਤਕਰਾਰ ਵਾਲੀ ਗੱਲ ਨਕਾਰੀ। ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ। ਖਰੜ ਤੋਂ ਕਮਰ ਸੰਧੂ ਦੀ ਥਾਂ ਅਨਮੋਲ ਗਗਨਮਾਨ ਨੂੰ ਟਿਕਟ। ਅੰਮ੍ਰਿਤਸਰ ਉੱਤਰੀ ਤੋਂ ਕੁਮਰ ਵਿਜੇ ਪ੍ਰਤਾਪ ਤਾਂ ਰਾਮਪੁਰਾ ਫੁੱਲ ਤੋਂ ਬਲਕਾਰ ਸਿੱਧੂ। ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ। ਸੀਐਮ ਚੰਨੀ ਨੇ ਕੀਤਾ ਸਵਾਗਤ। ਬੇਅਦਬੀ ਮਾਮਲੇ 'ਚ ਐਸਆਈਟੀ ਨੇ ਡੇਰੇ ਦੇ ਵਾਈਸ ਚੇਅਰਮੈਨ ਪੀਆਰ ਨੈਨ ਤੋਂ 4.5 ਘੰਟੇ ਕੀਤੀ ਪੁੱਛ ਪੜਤਾਲ। ਐਸਆਈਟੀ ਪਰਮਾਰ ਬੋਲੇ 70 ਤੋਂ 75 ਸਵਾਲ ਪੁੱਛੇ, ਨਹੀਂ ਮਿਲੇ ਸਪੈਸੀਫਿਕ ਜਵਾਬ। ਡੇਰੇ ਦਾ ਦਾਅਵਾ, ਜਾਂਚ ਦੇ ਵਿੱਚ ਦੇ ਰਹੇ ਹਾਂ ਪੂਰਨ ਸਹਿਯੋਗ। ਅਫਗਾਨਿਸਤਾਨ ਦੇ ਵਿੱਚ ਫਸੇ ਹਿੰਦੂ ਸਿੱਖ ਭਾਈਚਾਰੇ ਦੇ 99 ਲੋਕਾਂ ਨੂੰ ਲਿਆਂਦਾ ਗਿਆ ਭਾਰਤ। ਨਾਲ ਆਏ ਪੁਰਾਤਨ ਧਾਰਮਿਕ ਗ੍ਰੰਥ ਨੂੰ ਲੈਣ ਲਈ ਖੁਦ ਜੇਪੀ ਨੱਡਾ ਤੇ ਹਰਦੀਪ ਪੁਰੀ ਪਹੁੰਚੇ ਏਅਰਪੋਰਟ। ਸਿਰ ਤੇ ਰੱਖ ਕੇ ਗੁਰੂ ਘਰਾਂ ਦੇ ਵਿੱਚ ਸੁਸ਼ੋਭਿਤ ਕੀਤੇ ਗਏ ਮੁਕੱਦਸ ਗ੍ਰੰਥ। ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਧੱਕਾ ਮੁੱਕੀ। ਪ੍ਰਦਰਸ਼ਨਕਾਰੀਆਂ ਨੇ ਤੋੜੇ ਬੈਰੀਕੇਡ। ਡਿਪਟੀ ਸੀਐਮ ਓਪੀ ਸੋਨੀ ਦੇ ਘਰ ਦੇ ਘਿਰਾਓ ਦੀ ਕੀਤੀ ਗਈ ਕੋਸ਼ਿਸ਼। ਸੀਡੀਐਸ ਜਨਰਲ ਬਿਪਿਨ ਰਾਵਤ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ। ਦੋਵੇਂ ਬੇਟੀਆਂ ਨੇ ਮਾਤਾ ਪਿਤਾ ਨੂੰ ਦਿੱਤੀ ਮੁੱਖ ਅਗਨੀ। ਦਿੱਲੀ ਦੇ ਬਰਾੜ ਸਕੁਆਇਰ ਦੇ ਵਿੱਚ ਜਨਰਲ ਨੂੰ ਦਿੱਤੀ ਗਈ 17 ਤੋਪਾਂ ਦੀ ਸਲਾਮੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਖਬਰ ਅੰਮ੍ਰਿਤਸਰ ਤੋਂ ਹੈ। ਖਬਰ ਪ੍ਰਦਰਸ਼ਨ ਦੀ ਹੈ। ਖਬਰ ਐਨਐਚਐਮ ਦੇ ਨਾਲ ਜੁੜੀ ਹੋਈ ਹੈ। ਐਨਐਚਐਮ ਦੇ ਮੁਲਾਜ਼ਮਾਂ ਦੇ ਨਾਲ। ਅੰਮ੍ਰਿਤਸਰ ਦੇ ਵਿੱਚ ਐਨਐਚਐਮ ਮੁਲਾਜ਼ਮਾਂ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਫਿਰ ਧੱਕਾ ਮੁੱਕੀ ਵੀ ਹੋਈ ਹੈ। ਡਿਪਟੀ ਸੀਐਮ ਓਪੀ ਸੋਨੀ ਦੇ ਘਰ ਦੇ ਬਾਹਰ ਇਹ ਪ੍ਰਦਰਸ਼ਨ ਐਨਐਚਐਮ ਦੇ ਜਿਹੜੇ ਮੁਲਾਜ਼ਮ ਨੇ ਉਹ ਕਰਨ ਪਹੁੰਚੇ ਹੋਏ ਸਨ। ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ। ਡਿਪਟੀ ਸੀਐਮ ਓਪੀ ਸੋਨੀ ਦੇ ਘਰ ਦੇ ਬਾਹਰ ਇਹ ਪ੍ਰਦਰਸ਼ਨਕਾਰੀ ਪਹੁੰਚ ਗਏ ਸਨ। ਪ੍ਰਦਰਸ਼ਨ ਕਰ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ, ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ। ਤੇ ਇਸ ਵਿਚਾਲੇ ਫਿਰ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਉੱਥੇ ਬੈਰੀਕੇਡ ਜੋ ਕੀਤੇ ਗਏ ਸੀ, ਪੁਲਿਸ ਦੇ ਜਿਹੜੇ ਜਵਾਨ ਮੌਜੂਦ ਸੀ, ਤੈਨਾਤ ਸੀ, ਉਹਨਾਂ ਜਿਹੜੇ ਬੈਰੀਕੇਡਸ ਨੂੰ ਹਟਾਇਆ ਗਿਆ। ਧੱਕਾ ਮੁੱਕੀ ਉਹਨਾਂ ਦੇ ਨਾਲ ਹੁੰਦੀ ਹੋਈ ਵੀ ਨਜ਼ਰ ਆਈ। ਇਲੈਕਸ਼ਨ ਦਾ ਮੌਸਮ ਹੈ ਤੇ ਉਸ ਤੋਂ ਪਹਿਲਾਂ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਜਾਣਦੇ ਨੇ, ਵੱਖ-ਵੱਖ ਯੂਨੀਅਨਸ ਜਾਣਦੀਆਂ ਨੇ ਕਿ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਤਾਂ ਉਸ ਤੋਂ ਬਾਅਦ ਸਰਕਾਰ ਚਾਹ ਕੇ ਵੀ ਕੁਝ ਨਹੀਂ ਕਰ ਸਕੇਗੀ। ਤਾਂ ਉਸ ਤੋਂ ਪਹਿਲਾਂ ਜ਼ਰੂਰ ਇਸ ਸਮੇਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਨੇ। ਰਾਜੀਵ ਸ਼ਰਮਾ ਦਾ ਰੁਖ ਕਰਦੇ ਹਾਂ, ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜ ਰਹੇ ਨੇ। ਰਾਜੀਵ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਸ ਪ੍ਰਦਰਸ਼ਨ ਨੂੰ ਲੈ ਕੇ? ਵੀ ਮੁਲਾਜ਼ਮ ਨੇ ਸਾਰੇ ਐਨਐਚਐਮ ਯਾਨੀ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਹੜੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਵਿੱਚ ਤੈਨਾਤ ਨੇ। ਔਰ ਇਹਨਾਂ ਦੀ ਮੰਗ ਹੈ ਕਿ ਸਾਨੂੰ ਵਾਅਦਾ ਕੀਤਾ ਗਿਆ ਸੀ ਸਰਕਾਰ ਵੱਲੋਂ ਕਿ ਤੁਹਾਨੂੰ ਪੱਕਾ ਕੀਤਾ ਜਾਏਗਾ। ਤਾਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਇਹ ਜਿਹੜੇ ਮੁਲਾਜ਼ਮ ਨੇ ਕਈ ਦਿਨਾਂ ਤੋਂ ਵੱਖ-ਵੱਖ, ਜੇਕਰ ਅਸੀਂ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਤੋਂ ਲੈ ਕੇ ਕਈ ਮੰਤਰੀਆਂ ਦੇ ਘਰਾਂ ਦੇ ਬਾਹਰ ਇਹ ਧਰਨੇ ਦੇ ਚੁੱਕੇ ਨੇ। ਤਾਂ ਅੱਜ ਇਹ ਅੰਮ੍ਰਿਤਸਰ ਦੇ ਵਿੱਚ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਇਕੱਤਰ ਹੋਏ। ਔਰ ਪੁਲਿਸ ਵੱਲੋਂ ਪਹਿਲਾਂ ਤੋਂ ਜਿਹੜੀ ਬੈਰੀਕੇਡਿੰਗ ਉੱਥੇ ਕੀਤੀ ਗਈ ਸੀ ਉਸ ਨੂੰ ਤੋੜ ਕੇ ਇਹਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਪੁਲਿਸ ਵੱਲੋਂ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਚੋਣਾਂ ਤੋਂ ਪਹਿਲਾਂ ਜਿੱਥੇ ਇੱਕ ਪਾਸੇ ਮੁਲਾਜ਼ਮ ਜਿਹੜੇ ਨੇ ਸੜਕਾਂ ਤੇ ਨਜ਼ਰ ਆ ਰਹੇ ਨੇ ਤਾਂ ਦੂਸਰੇ ਪਾਸੇ ਇੱਕ ਜਿਹੜੀ ਵੱਖਰੀ ਚੀਜ਼ ਨਜ਼ਰ ਆਈ ਕਿ ਪੁਲਿਸ ਵੱਲੋਂ ਆਮ ਤੌਰ ਤੇ ਜਦੋਂ ਇਸ ਤਰੀਕੇ ਦੇ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਹੈ ਤਾਂ ਪੁਲਿਸ ਵੱਲੋਂ ਬਲ ਦਾ ਪ੍ਰਯੋਗ ਕੀਤਾ ਜਾਂਦਾ। ਤਾਂ ਕਿਤੇ ਨਾ ਕਿਤੇ ਇਲੈਕਸ਼ਨ ਨੇੜੇ ਹੋਣ ਕਰਕੇ ਪੁਲਿਸ ਉਸ ਚੀਜ਼ ਤੋਂ ਬਚਦੀ ਨਜ਼ਰ ਆਈ। ਤਾਂ ਮੁਲਾਜ਼ਮ ਖੁਦ ਜੋ ਨੇ ਉਹ ਡਿੱਗਦੇ ਹੋਏ ਨਜ਼ਰ ਆ ਰਹੇ ਨੇ। ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਫਿਲਹਾਲ ਇਹਨਾਂ ਦਾ ਜਿਹੜਾ ਧਰਨਾ ਹੈ ਉਹ ਹਾਲੇ ਵੀ ਡਿਪਟੀ ਸੀਐਮ ਦੇ ਘਰ ਦੇ ਬਾਹਰ ਜਾਰੀ ਹੈ। ਔਰ ਦੇਖਣਾ ਇਹ ਹੋਏਗਾ ਕਿ ਕਦੋਂ ਤੱਕ ਇਹ ਚੱਲਦਾ, ਕੀ ਸਰਕਾਰ ਇਹਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ। ਪਰ ਫਿਲਹਾਲ ਇਹ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਇਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਗੁੱਸਾ ਹੈ ਉਸ ਨੂੰ ਦੇਖ ਸਕਦੇ ਹੋ। ਜੀ ਗੌਰਵ। ਤਾਂ ਇਹ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ। ਗੁੱਸਾ ਹੈ, ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਜੋ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਕਿ ਇਹ ਚੋਣਾਂ ਦਾ ਮੌਸਮ ਹੈ, ਇਲੈਕਸ਼ਨ ਦਾ ਦੌਰ ਹੈ।
ਅਗਲੇ ਕੁਝ ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਯਾਨੀ ਕਿ ਚੋਣਾਂ ਦਾ ਐਲਾਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਤਾਂ ਸਰਕਾਰ ਕੋਈ ਐਲਾਨ ਜਾਂ ਸਰਕਾਰ ਇਸ ਤਰੀਕੇ ਨਾਲ ਕੋਈ ਇਹਨਾਂ ਦੇ ਲਈ ਨਹੀਂ ਕੰਮ ਕਰ ਸਕੇਗੀ। ਪਰ ਉਸ ਤੋਂ ਪਹਿਲਾਂ ਇਹ ਕਰਮਚਾਰੀ ਚਾਹੁੰਦੇ ਨੇ, ਮੁਲਾਜ਼ਮ ਚਾਹੁੰਦੇ ਨੇ ਕਿ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਰਕਾਰ ਗੌਰ ਕਰੇ ਤੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਰਾਜੀਵ, ਕਿੰਨੇ ਕੁ ਵੱਡੀ ਤਾਦਾਦ ਦੇ ਵਿੱਚ ਪਹੁੰਚੇ ਹੋਏ ਨੇ ਪ੍ਰਦਰਸ਼ਨਕਾਰੀ ਤੇ ਸਿਹਤ ਮੰਤਰੀ ਉੱਥੇ ਡਿਪਟੀ ਸੀਐਮ ਮੌਜੂਦ ਨੇ ਘਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਂ ਨਹੀਂ? ਜੀ ਦੇਖੋ ਗੌਰਵ, ਇਹ ਜਿਹੜੇ ਜੇਕਰ ਅਸੀਂ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਤੈਨਾਤ ਇਹ ਮੁਲਾਜ਼ਮ ਨੇ ਇਕੱਠੇ ਹੋ ਕੇ ਇੱਥੇ ਪਹੁੰਚੇ ਹੋਏ। ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਵੱਲੋਂ ਇਕੱਠ ਕੀਤਾ ਗਿਆ ਤਾਂ ਜਿੱਥੋਂ ਤੱਕ ਸਵਾਲ ਡਿਪਟੀ ਸੀਐਮ ਦਾ ਤਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਨੇ ਔਰ ਉਹਨਾਂ ਦਾ ਜਿਹੜਾ ਮੁਲਾਜ਼ਮਾਂ ਦਾ ਮੈਸੇਜ ਹੈ ਉਹਨਾਂ ਨੂੰ ਲਗਾ ਦਿੱਤਾ ਗਿਆ ਤਾਂ ਜਲਦ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਮੁਲਾਜ਼ਮਾਂ ਨੂੰ ਵੀ ਇਹੀ ਲੱਗ ਰਿਹਾ ਕਿ ਬਿਲਕੁਲ ਚੋਣ ਜ਼ਾਬਤਾ ਜਿਹੜਾ ਕਿਸੇ ਵੇਲੇ ਵੀ ਲਾਗੂ ਹੋ ਸਕਦਾ ਹੈ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਸਰਕਾਰ ਦੇ ਕੋਲ ਇੱਕ ਵੱਡਾ ਬਹਾਨਾ ਹੋਏਗਾ ਕਿ ਅਸੀਂ ਤਾਂ ਬਹੁਤ ਕੁਝ ਕਰਨਾ ਚਾਹੁੰਦੇ ਸੀ ਪਰ ਮੁਲਾਜ਼ਮਾਂ ਦੇ ਲਈ ਨਹੀਂ ਕਰ ਸਕੇ। ਤਾਂ ਇਸੇ ਕਰਕੇ ਇਹ ਮੁਲਾਜ਼ਮ ਜਿਹੜੇ ਨੇ ਹੁਣ ਆਰ-ਪਾਰ ਦੀ ਲੜਾਈ ਦੇ ਵਿੱਚ ਨੇ ਔਰ ਇਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜੇਕਰ ਸਾਡਾ ਕੋਈ ਨੁਕਸਾਨ ਵੀ ਹੁੰਦਾ ਤਾਂ ਉਹਦੇ ਲਈ ਵੀ ਸਰਕਾਰ ਜ਼ਿੰਮੇਵਾਰ ਹੋਏਗੀ। ਪਰ ਕੋਸ਼ਿਸ਼ ਇਹੀ ਹੈ ਕਿ ਸਰਕਾਰ ਕਿਸੇ ਤਰੀਕੇ ਦਾ ਕੋਈ ਵੱਡਾ ਐਲਾਨ ਕਰੇ ਤਾਂ ਕਿ ਲੰਮੇ ਚਿਰ ਤੋਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਲਟਕਦੀਆਂ ਆ ਰਹੀਆਂ ਨੇ ਤਾਂ ਉਹਨਾਂ ਦਾ ਕੋਈ ਨਾ ਕੋਈ ਸਿੱਟਾ ਜਿਹੜਾ ਉਹ ਨਿਕਲੇ। ਤਾਂ ਕਿਤੇ ਨਾ ਕਿਤੇ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰੀਕੇ ਦੇ ਵੱਡੇ ਇਕੱਠ ਕਰਕੇ ਸਰਕਾਰ ਨੂੰ ਕਿ ਵੱਡੀ ਇੱਕ ਚੁਣੌਤੀ ਜਿਹੜੇ ਮੁਲਾਜ਼ਮ ਨੇ ਉਹ 2022 ਦੀਆਂ ਚੋਣਾਂ ਦੇ ਵਿੱਚ ਦੇ ਸਕਦੇ ਨੇ। ਪਰ ਸਰਕਾਰ ਇਸ ਦੇ ਪਿੱਛੇ ਕੀ ਉਹਨਾਂ ਦਾ ਤਰਕ ਹੈ ਕਿਉਂਕਿ ਸਰਕਾਰ ਲਗਾਤਾਰ ਇਹਨਾਂ ਨੂੰ ਇਹੀ ਭਰੋਸਾ ਦੇ ਰਹੀ ਹੈ ਕਿ ਅਸੀਂ ਇਸ ਦੇ ਉੱਪਰ ਕੰਮ ਕਰ ਰਹੇ ਹਾਂ, ਜਲਦ ਤੁਹਾਨੂੰ ਕੋਈ ਤੋਹਫਾ ਦਿੱਤਾ ਜਾਏਗਾ। ਜਦੋਂ ਦੀਵਾਲੀ ਵੇਲੇ ਵੀ ਮੁੱਖ ਮੰਤਰੀ ਵੱਲੋਂ ਗੱਲ ਕਹੀ ਗਈ ਸੀ ਕਿ ਜਿੰਨੇ ਵੀ ਮੁਲਾਜ਼ਮ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ। ਤਾਂ ਸਰਕਾਰ ਦਾ ਇੱਕ ਆਪਣਾ ਤਰਕ ਹੈ ਪਰ ਇਹਨਾਂ ਮੁਲਾਜ਼ਮਾਂ ਦੀ ਇੱਕੋ ਇੱਕ ਮੰਗ ਹੈ ਕਿ ਜਲਦ ਤੋਂ ਜਲਦ ਸਰਕਾਰ ਐਲਾਨ ਕਰੇ। ਉਸ ਤੋਂ ਬਾਅਦ ਇਹ ਮੁਲਾਜ਼ਮ ਆਪਣੇ ਘਰਾਂ ਦੇ ਵਿੱਚ ਜਾਂ ਫਿਰ ਦਫ਼ਤਰਾਂ ਦੇ ਵਿੱਚ ਜਾ ਕੇ ਆਪਣੇ ਆਪਣੇ ਕੰਮਕਾਜ ਜਿਹੜੇ ਨੇ ਉਹ ਸਾਂਭਣਗੇ। ਜੀ ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਨਜ਼ਰ ਬਣਾਏ ਰੱਖੋ, ਅਪਡੇਟ ਅੱਗੇ ਵੀ ਤੁਹਾਡੇ ਤੋਂ ਲੈਂਦੇ ਰਹਾਂਗੇ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਇਹ ਜਿਹੜੇ ਐਨਐਚਐਮ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਸਵੀਰਾਂ ਦੇ ਵਿੱਚ ਜੋ ਦਿਖਾ ਰਹੇ ਅੰਮ੍ਰਿਤਸਰ ਦੀਆਂ ਤਸਵੀਰਾਂ ਸਿਹਤ ਮੰਤਰੀ ਦੇ ਘਰ ਯਾਨੀ ਕਿ ਸੂਬੇ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਘਰ ਦੇ ਨੇੜੇ ਪਹੁੰਚ ਗਏ ਸੀ। ਉੱਥੇ ਪੁਲਿਸ ਨੇ ਬੈਰੀਕੇਡ ਕੀਤੇ ਹੋਏ ਸਨ ਤੇ ਪੁਲਿਸ ਦੇ ਨਾਲ ਵੀ ਧੱਕਾ ਮੁੱਕੀ ਹੁੰਦੀ ਹੋਈ ਨਜ਼ਰ ਆਈ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਿਸਾਨ ਅੰਦੋਲਨ ਦੀ। ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨ ਪਰਤ ਰਹੇ ਨੇ। ਇੱਕ ਪਾਸੇ ਕਾਨੂੰਨ ਵਾਪਸੀ ਦੀ ਖੁਸ਼ੀ ਹੈ ਤਾਂ ਦੂਜੇ ਪਾਸੇ ਘਰ ਵਾਪਸੀ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ। ਜੇ ਆਪਾਂ 5 ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਤੁਹਾਨੂੰ ਪੂਰੀ ਕਹਾਣੀ ਵੀ ਸਮਝਣ ਦੇ ਵਿੱਚ ਆਸਾਨੀ ਹੋਵੇਗੀ, ਮਦਦ ਕਰਨਗੀਆਂ ਇਹ ਤਸਵੀਰਾਂ। ਤਾਂ 5 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਸਿੰਘੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਜੋ ਆਰਜ਼ੀ ਮਕਾਨ ਬਣਾਏ ਗਏ ਉਹਨਾਂ ਨੂੰ ਹੁਣ ਤੋੜ ਦਿੱਤਾ ਜਾ ਰਿਹਾ, ਢਾਇਆ ਜਾ ਰਿਹਾ ਤੇ ਸਮਾਨ ਪੈਕ ਕੀਤਾ ਜਾ ਰਿਹਾ ਹੈ। उधर टिकरी बॉर्डर से भी किसानों च खुशी की लहर है, जश्न मनाए जा रहे हैं। गाजीपुर बॉर्डर से भी घर वापसी दी तैयारियां जारी ने। किसान लीडर ने गुरु घर जाके रब का शुकराना भी किया। जित की खुशी, घर वापसी की तैयारी, सब कुछ इन्हां तस्वीरों के जरिए तुसीं देख सकते हो। के बाद इसी मकान की ईंटों को तोड़ना शुरू कर दिया गया। मकान पूरा टूट चुका है और ईंटों को इकट्ठा किया जा रहा है। जो जानकारी मिली है उसके अनुसार भी ईंटों को पंजाब में ले जाया जाएगा और एक मकान और एक कमरा तैयार किया जाएगा जिन पर लिखा जाएगा दिल्ली की जीत की निशानी। और इसी के साथ हम बात कर लेते हैं, जब मकान बना तब भी ये यहीं पर मौजूद थे और आज तोड़ते वक्त भी यहीं पर मौजूद है। जब मकान बना तब भी आप यहीं थे और आज तोड़ते वक्त भी यहीं हो, क्या कहेंगे? ਬਸ ਕੁਛ ਨਹੀਂ ਜੀ, ਵੈਸੇ ਤਾਂ ਸਾਡੇ ਸਾਰੇ ਪੰਜਾਬ ਲਈ ਖੁਸ਼ੀਆਂ ਦਾ ਦਿਨ ਆ ਤੇ ਪਰ ਹੁਣ ਸਾਡੇ ਥੋੜੇ ਜਿਹੇ ਇੱਥੇ ਦੁਖੀ ਵੀ ਨੇ ਕਿਉਂਕਿ 1 ਸਾਲ ਹੋ ਗਿਆ ਇੱਥੇ ਸਾਰਿਆਂ ਨੂੰ ਰਹਿੰਦਿਆਂ ਨੂੰ ਤੇ ਸਾਰੇ ਇਕੱਠੇ ਰਹਿੰਦੇ ਸੀ। ਭਰਾ ਕੁਛ ਜਲੰਧਰ ਤੋਂ, ਅਸੀਂ ਪਟਿਆਲੇ ਤੋਂ ਆ, ਅਸੀਂ ਸਾਰੇ 1 ਸਾਲ ਤੋਂ ਇੱਥੋਂ ਇਕੱਠੇ ਹੀ ਰਹਿੰਦੇ ਆ। ਜਿੱਥੇ ਖੁਸ਼ੀ ਆ ਉੱਥੇ ਦੁੱਖ ਵੀ ਆ, ਸਾਰੇ ਅਲੱਗ ਹੋ ਰਹੇ ਆ। ਇਸ ਕਰਕੇ इन ईंटों का क्या किया जाएगा? इन ईंटों का एक ऐतिहासिक मकान बनाया जाएगा जिसके ऊपर लिखा जाएगा दिल्ली की ईंटें और मोर्चे की ईंटें। उसका पक्का मकान बनाया जाएगा, वहाँ जाकर यादगार बनाएंगे एक पक्की। आप क्या कहोगे? मकान तोड़ना शुरू कर दिया अब? आपको तोड़ने को मैंने तो नहीं करता था, 1 साल के रह रहे हैं पर इतनी खुशी है हमारे ऊपर को आप जीत करके चले। तो कहीं ना कहीं जो बात थी उसी के अनुसार जो किसान हैं उन्होंने यही कहा कि जीतने के लिए मकान बनाया था और जीत कर अब घर वापस जाएंगे। वहाँ पर एक कमरा बनाएंगे जिस पर लिखेंगे दिल्ली जीत की निशानी। और जब कोई पूछेगा आने वाले समय तो उन्हें इस आंदोलन की जानकारी वो वहीं पंजाब में देंगे। सोनीपत सिंघू बॉर्डर से नितिनाम तिल, न्यूज़ 18।
ਤਾਂ ਸਿੰਘੂ ਬਾਰਡਰ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ। ਸਮਾਨ ਇਕੱਠਾ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਪੂਰੀਆਂ ਤਸਵੀਰਾਂ ਦਿਖਾ ਰਹੇ ਸਨ। ਹੁਣ ਅੱਗੇ ਵਧਦੇ ਹਾਂ। ਕਿਸਾਨਾਂ ਦੇ ਵੱਲੋਂ ਇਹ ਜਿੱਤ ਦਾ ਜਸ਼ਨ ਇੱਕ ਤਰੀਕੇ ਨਾਲ ਮਨਾਇਆ ਜਾ ਰਿਹਾ। ਉਧਰ ਮੋਗਾ ਦੇ ਵਿੱਚ ਵੀ ਕਿਸਾਨਾਂ ਦੀ ਘਰ ਵਾਪਸੀ ਤੇ ਖੁਸ਼ੀ ਮਨਾਈ ਜਾ ਰਹੀ ਹੈ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਟੋਲ ਪਲਾਜ਼ਾ ਦੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਇੱਥੇ ਬੈਠੇ ਸੀ ਧਰਨੇ ਤੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ, ਔਰ ਹੁਣ ਇਹ ਵਾਪਸ ਘਰਾਂ ਨੂੰ ਜਾਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸੜਕਾਂ ਤੇ ਇਹਨਾਂ ਟੋਲ ਪਲਾਜ਼ਿਆਂ ਤੇ ਬੈਠੇ ਹੋਏ ਸੀ। ਜੰਗ ਜਿੱਤੀ ਹੈ ਪਰ ਇੰਨੀ ਸੌਖੀ ਨਹੀਂ ਜਿੱਤੀ, ਕਈ ਸੈਂਕੜੇ ਜਾਨਾਂ ਗਵਾ ਕੇ ਜੰਗ ਜਿੱਤੀ ਹੈ। ਔਰ ਕੀ ਕਹਿਣਾ ਇਸ ਸਾਰੀ ਜੰਗ ਬਾਰੇ, ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀ ਖੁਸ਼ੀ ਹੈ ਮਨ ਦੇ ਵਿੱਚ, ਕਿਸਾਨਾਂ ਨਾਲ ਗੱਲ ਕਰਾਂਗੇ। ਵੀਰ ਜੀ, ਕਿਸ ਤਰ੍ਹਾਂ ਦੀ ਖੁਸ਼ੀ ਹੈ ਕਿਉਂਕਿ ਜੰਗ ਜਿੱਤੀ ਹੈ? ਜਿੱਥੇ ਰਹੀ ਗੱਲ ਅੰਦੋਲਨ ਸੰਘਰਸ਼ ਕਰਿਆ, ਜਦੋਂ ਵੀ ਕੋਈ ਜੰਗ ਲੜਦੇ ਆ, ਸੰਘਰਸ਼ ਕਰਦੇ ਆ, ਅੰਦੋਲਨ ਲੜਦੇ ਆ ਤਾਂ ਉਹਦੇ ਵਿੱਚ ਸ਼ਹਾਦਤਾਂ ਹੁੰਦੀਆਂ ਨੇ। ਉਹ ਜਿਹੜੇ ਸਾਡੇ ਵੀਰ ਸ਼ਹਾਦਤਾਂ ਦੇ ਕੇ ਗਏ ਨੇ ਉਹਨਾਂ ਤੇ ਸਾਨੂੰ ਬਹੁਤ ਵੱਡਾ ਮਾਣ ਹੈ ਕਿਉਂਕਿ ਉਹ ਜ਼ਿੰਦਗੀਆਂ ਜਿਹੜੀਆਂ ਉਹ ਲੇਖੇ ਲੱਗੀਆਂ, ਉਹਨਾਂ ਦੇ ਸਿਰ ਤੇ ਅਸੀਂ ਅੱਜ ਵੀ ਕਹਿ ਸਕਦੇ ਹਾਂ ਵੀ ਸ਼ਾਂਤਮਈ ਢੰਗ ਨਾਲ ਇੰਨੀਆਂ ਸ਼ਹਾਦਤਾਂ ਦੇ ਕੇ ਅਸੀਂ 700 ਤੋਂ ਉੱਪਰ ਤਾਂ ਇਹ ਸੰਘਰਸ਼ ਨੂੰ ਜਿਹੜਾ ਸਿਰੇ ਲਾਇਆ, ਕਦੇ ਵੀ ਘਬਰਾਏ ਨਹੀਂ, ਡੋਲੇ ਨਹੀਂ। ਸਾਡੇ ਨੌਜਵਾਨ ਵੀਰਾਂ ਦੀਆਂ, ਵੱਡੀ ਉਮਰ ਦੇ ਭਰਾਵਾਂ ਦੀਆਂ, ਸਾਰਿਆਂ ਦੀਆਂ ਸ਼ਹਾਦਤਾਂ ਹੋਈਆਂ ਪਰ ਉਹ ਖਿੜੇ ਮੱਥੇ ਸਵੀਕਾਰ ਕੀਤਾ ਤੇ ਸਰਕਾਰ ਦੇ ਵਿਰੁੱਧ ਉਦੋਂ ਵੱਧ ਡਟੇ ਆ। ਕਦੇ ਸਰਦੀ ਨਹੀਂ ਦੇਖੀ, ਗਰਮੀ ਨਹੀਂ ਦੇਖੀ, ਮੀਂਹ ਨਾਲ ਤਰਪਾਲਾਂ ਉੱਡੀਆਂ, ਬਹੁਤ ਕੁਝ ਜਰਿਆ। ਜਿਹੜਾ ਸੰਘਰਸ਼ ਹੈ ਇਹਨੇ ਸਾਨੂੰ ਬਹੁਤ, ਇਕੱਲਾ ਕਾਨੂੰਨ ਦੀ ਗੱਲ ਨਹੀਂ, ਇਹਨੇ ਸਾਡੀ ਜ਼ਿੰਦਗੀ ਬਦਲਤੀ। ਜਿਹੜਾ ਅਸੀਂ 70 ਸਾਲ 'ਚ ਉਮਰ 'ਚ ਆਪਦੇ ਸਿੱਖ ਨਹੀਂ ਸਕੇ ਸੀ, ਸਾਨੂੰ 1 ਸਾਲ 'ਚ ਸਿਖਾਤਾ ਹੈ। ਸਾਨੂੰ ਪਤਾ ਲੱਗ ਗਿਆ ਸਾਡਾ ਦੁਸ਼ਮਣ ਕੌਣ ਹੈ, ਸਾਡਾ ਦੋਸਤ ਕੌਣ ਹੈ, ਸਾਨੂੰ 70 ਸਾਲ ਦਾ ਲੁੱਟਦਾ ਕੌਣ ਹੈ। ਪਰ ਹੁਣ ਅਸੀਂ ਇੰਨੇ ਸੂਝਵਾਨ ਹੋ ਗਏ ਹਾਂ ਵੀ ਉਹ 70 ਸਾਲਾਂ ਦਾ ਹਿਸਾਬ ਜ਼ਰੂਰ ਲਵਾਂਗੇ ਹੁਣ ਇਹਨਾਂ ਤੋਂ। ਜਦੋਂ ਆਉਣਗੇ ਪਿੰਡਾਂ 'ਚ ਨਾ ਕਿ ਹਾਰ ਪਾਉਂਦੇ ਸੀ, ਹੁਣ ਇਹਨੇ ਦੂਜੇ ਤਰ੍ਹਾਂ ਦੇ ਹਾਰ ਪਾਵਾਂਗੇ। ਇਹ ਸਭ ਤੋਂ ਵਿਲੱਖਣ ਘੋਲ ਦੀ ਇਹ ਹੈ ਵੀ ਜਿਹੜੀਆਂ ਬੀਬੀਆਂ ਸਾਡੀਆਂ, ਮਾਈ ਭਾਗੋ ਦਾ, ਬੀਬੀ ਗੁਲਾਬ ਕੌਰ ਦਾ ਵਿਰਸਾ ਸਾਡਾ ਪੁਰਾਣਾ ਝੰਝਾਰੂ ਹੈ, ਉਹ ਇਹਨਾਂ ਨੇ ਕਾਇਮ ਕਰਤਾ ਹੈ। ਆਹ ਪਲਾਜੇ ਤੇ ਅਸੀਂ ਵਹਿੰਦੇ ਰਹੇ ਹਾਂ, ਜੇ ਮਾੜੀ ਮੋਟੀ ਢਿੱਲ ਮੱਠ ਆਉਂਦੀ ਸੀ ਇੱਥੇ ਲਲਕਾਰ ਕੇ ਸਟੇਜ ਤੋਂ ਕਹਿੰਦੀਆਂ ਸੀ ਜੇ ਵੀ ਉਹ ਤੁਸੀਂ ਆ ਨਹੀਂ ਸਕਦੇ ਅਸੀਂ ਆਵਾਂਗੇ। ਇੱਦੋਂ ਉੱਤੋਂ ਦੀ ਕੋਈ ਨਹੀਂ। ਸਾਡਾ ਭਾਈਚਾਰਾ ਕਿੰਨਾ ਬਣ ਗਿਆ। ਸਾਡੇ ਅੱਜ ਚਲੋ ਮੈਂ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਹੈ, ਸਾਡੀ ਪੱਗ ਦੀ ਸ਼ਾਨ ਅੱਜ ਦੁਨੀਆ 'ਚ ਉੱਚੀ ਹੋ ਗਈ। ਸਾਨੂੰ ਸਲਾਮਾਂ ਦੁਨੀਆ ਕਰਦੀ, ਇੱਥੋਂ ਤੱਕ UN ਵਾਲੇ ਵੀ ਸਾਨੂੰ ਮੰਨਦੇ ਹੈ ਕਿਉਂਕਿ ਅਸੀਂ ਗਲਤ ਨਹੀਂ ਕੀਤਾ। ਅਸੀਂ ਮਨੁੱਖਤਾ ਦੇ ਬਾਬਤ ਲੜੇ ਹਾਂ, ਆਪ ਦੀ ਬਾਬਤ ਨਹੀਂ, ਤੇ ਲੜਾਂਗੇ ਵੀ ਆਉਣ ਨਾਲ। ਦੀਪਕ ਸਿੰਘਲਾ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਾਂਗੇ ਬੇਅਦਬੀ ਮਾਮਲੇ ਦੀ। ਕਿਸਾਨ ਦਿੱਲੀ ਤੋਂ ਵਾਪਸ ਆ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡਾ ਮੁੱਦਾ ਜੋ ਇਸ ਸਮੇਂ ਪੰਜਾਬ ਦੇ ਸਾਹਮਣੇ ਹੈ ਉਹ ਹੈ ਬੇਅਦਬੀ ਦਾ। ਬੇਅਦਬੀ ਮਾਮਲੇ ਦੇ ਵਿੱਚ SIT ਦੇ ਵੱਲੋਂ ਪੁੱਛ ਪੜਤਾਲ ਕੀਤੀ ਗਈ ਹੈ। ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਤੋਂ ਇਹ ਪੁੱਛ ਪੜਤਾਲ ਹੋਈ ਹੈ ਜਿਸ ਦੇ ਵਿੱਚ ਵਾਈਸ ਚੇਅਰਮੈਨ ਡਾਕਟਰ PR ਨੈਣ ਤੋਂ ਕਰੀਬ 4.5 ਘੰਟੇ ਤੱਕ ਸਵਾਲ ਜਵਾਬ ਕੀਤੇ ਗਏ। SIT ਮੁਖੀ SPS ਪਰਮਾਰ ਦੇ ਵੱਲੋਂ ਵੀ ਇਹ ਪੂਰੀ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਅਸੀਂ 70 ਤੋਂ 75 ਸਵਾਲ ਪੁੱਛੇ ਨੇ ਡਾਕਟਰ ਨੈਣ ਨੂੰ। 125 ਦੇ ਕਰੀਬ ਹੋਰ ਸਵਾਲ ਦਿੱਤੇ ਗਏ ਨੇ। ਸਵਾਲਾਂ ਦੇ ਸੰਤੁਸ਼ਟ ਜਵਾਬ ਜਾਂ ਸਪਸ਼ਟ ਜਵਾਬ ਨਹੀਂ ਦਿੱਤੇ ਗਏ ਜਿਸ ਦੇ ਨਾਲ SIT ਸੰਤੁਸ਼ਟ ਹੋ ਸਕੇ। ਡੇਰਾ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰ ਰਿਹਾ। ਡੇਰਾ ਪ੍ਰਬੰਧਕਾਂ ਦੇ ਵੱਲੋਂ ਇਹ ਜਿਹੜਾ ਬਿਆਨ ਜ਼ਰੂਰ ਜਾਰੀ ਕੀਤਾ ਗਿਆ। ਡੇਰੇ ਦਾ ਬੇਅਦਬੀ ਦੇ ਵਿੱਚ ਕੋਈ ਰੋਲ ਨਹੀਂ ਹੈ। ਡੇਰਾ ਪ੍ਰਬੰਧਕ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ, ਉਹਨਾਂ ਦੇ ਵੱਲੋਂ ਇਹ ਵੀ ਬਿਆਨ ਜਾਰੀ ਕੀਤਾ ਗਿਆ। ਖੈਰ, ਬੇਅਦਬੀ ਮਾਮਲੇ 'ਚ ਇਨਵੈਸਟੀਗੇਸ਼ਨ ਅੱਗੇ ਵੱਧ ਰਹੀ ਹੈ। ਬਹੁਤ ਵੱਡਾ ਮਾਮਲਾ ਪੰਜਾਬ ਦੀ ਸਿਆਸਤ ਦੇ ਵਿੱਚ ਵੀ। ਤੇ ਹੁਣ ਡੇਰੇ ਦੇ ਜਿਹੜੇ ਨੁਮਾਇੰਦੇ ਨੇ ਜੋ ਡੇਰੇ ਦੇ ਨਾਲ ਜੁੜੇ ਹੋਏ ਉੱਥੇ ਦੇ ਲੋਕ ਨੇ ਉਹਨਾਂ ਤੋਂ ਇਹ ਪੁੱਛ ਪੜਤਾਲ ਜਾਰੀ ਹੈ। कोर्ट के हुक्म मुताबिक आज 11 बजे का टाइम था। डॉक्टर नैन से पूछताछ हुई है जो तकरीबन 4.5 घंटे चली। विपासना जी नहीं है, वो मेडिकल लीव पे हैं। तो क्या पूछताछ की? क्या नहीं, इट इज़ अ पार्ट ऑफ इन्वेस्टिगेशन। असी कोले नहीं सीगे ना ही हम 4.5 घंटे हमने पूछताछ करी है बट सिंस ही इज़ नॉट कीपिंग गुड हेल्थ तो आफ्टर दैट ही collapsed a bit so we had to give him a little bit of respite. कुछ से अराउंड 70-75 क्वेश्चन वी ऑलरेडी पोस्ड हैं, उसके आंसर उन्होंने दिए हैं। तो 125 क्वेश्चन और होगा जिसके हमें आंसर चाहिए थे। तो फिर देन ही रिक्वेस्टेड कि उसकी इल हेल्थ है, इसके लिए थोड़ा टाइम दिया जाए। तो उनके वकील भी साथ थे तो हमने उनको क्वेश्चन बता दिए, उनको क्वेश्चन दे दिए हैं और कोई डॉक्यूमेंटेशन जो हमें रिक्वायर हमारी जो चाहिए हमें वो हमको 48 आवर्स में दे देंगे। अगर कोई फिर भी हमें लगा कि क्वेश्चन सेटिस्फैक्टरी नहीं है then we will again talk to him about this। ਰੁਕਨੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।